ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਗੁਰਪੁਰਬ। ਭਾਵੇਂ ਕਿ ਗੁਰੂ ਰਾਮਦਾਸ ਸਾਹਿਬ ਜੀਆਂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਦੋ ਸਾਹਿਬਜ਼ਾਦੇ ਪਹਿਲਾਂ ਵੀ ਨੇ। ਵੱਡੇ ਨੇ ਬਾਬਾ ਪਿਰਥੀ ਚੰਦ, ਛੋਟੇ ਨੇ ਬਾਬਾ ਮਹਾਦੇਵ ਅਤੇ ਤੀਸਰੀ ਜਗ੍ਹਾ 'ਤੇ ਨੇ ਸ੍ਰੀ ਅਰਜਨ ਦੇਵ ਜੀ। ਪਰ ਕੁਝ ਗੱਲਾਂ ਜਿਹੜੀਆਂ ਜਨਮ ਤੋਂ ਹੀ ਹੋ ਨਿਬੜਦੀਆਂ ਏ, ਵੱਡਿਆਂ ਦੀਆਂ ਅਸੀਸਾਂ ਜਾਂ ਅੰਦਰ ਦਾ ਸਹਿਜ, ਇਹ ਛੋਟੀ ਉਮਰ ਤੋਂ ਹੀ ਕਈ ਵਾਰੀ ਇਸ ਗੱਲ ਦਾ ਪ੍ਰਤੀਕ ਹੋ ਜਾਂਦਾ ਏ। ਆਮ ਕਰਕੇ ਆਪਾਂ ਕਹਿ ਦਿੰਦੇ ਇਹਦੇ ਅੰਦਰ ਸਹਿਜ ਬੜਾ ਏ, ਟਿਕਾ ਬੜਾ ਏ। ਪਰ ਜੇ ਅੱਖ ਗੁਰੂ ਵਾਲੀ ਹੋਵੇ ਤੇ ਗੁਰੂ ਵਾਲੀ ਅੱਖ ਜਿਹੜੀ ਉਹ ਪਰਖ ਕਰ ਲੈਂਦੀ ਹੈ ਇਹਦੇ ਅੰਦਰ ਕੀ ਹੈ ਤੇ ਬਾਹਰ ਕੀ ਹੈ। ਕਈ ਵਾਰੀ ਬਾਹਰੋਂ ਕੁਝ ਹੋਰ ਹੁੰਦਾ ਏ ਤੇ ਅੰਦਰੋਂ ਕੁਝ ਹੋਰ ਹੁੰਦਾ ਏ, ਕਿਉਂਕਿ ਸਾਡੇ ਹਾਲਾਤ ਇੱਦਾਂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਉਹ ਸਾਨੂੰ ਦੱਸਿਆ ਵੀ ਹੈ। ਕਈ ਵਾਰੀ ਬਾਹਰੋਂ ਤੇ ਅਸੀਂ ਪ੍ਰੇਮ ਕਰਨ ਦਾ ਢੌਂਗ ਕਰਦੇ ਹਾਂ ਤੇ ਅੰਦਰ ਈਰਖਾ ਭਰੀ ਹੁੰਦੀ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਵੇਖਣ ਨੂੰ ਕੁਝ ਹੈ ਤੇ ਅੰਦਰ ਕੁਝ ਵਰਤਦਾ ਪਿਆ ਹੈ। ਪਰ ਨਾਨੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਹਜ਼ੂਰੀ ਦੇ ਅੰਦਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਹੀ ਸ੍ਰੀ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਜਨਮ ਹੁੰਦਾ ਏ, ਅਵਤਾਰ ਹੁੰਦਾ ਏ। ਤੇ ਛੋਟੀ ਉਮਰ ਤੋਂ ਜਿਹੜੀਆਂ ਸੀ ਤਿੰਨ ਵੱਡੀਆਂ ਬਖਸ਼ਿਸ਼ਾਂ ਅਸੀਸਾਂ ਦੇ ਰੂਪ ਦੇ ਅੰਦਰ ਉਹਨਾਂ ਦੇ ਨਾਮ ਨਾਲ ਜੁੜੀਆਂ। ਭਾਵੇਂ ਅਸੀਸ ਇੱਕ ਵੱਖਰਾ ਵਿਸ਼ਾ ਹੈ, ਕੱਲੀ ਅਸੀਸ ਨਹੀਂ, ਅਸਲ ਦੇ ਵਿੱਚ ਉਹਨਾਂ ਦੇ ਜੀਵਨ ਤੋਂ ਵੀ ਪਰਖਣਾ ਪੈਂਦਾ ਵੀ ਇਹਨਾਂ ਨੇ ਗੁਰਬਾਣੀ ਨੂੰ ਕਿੰਨਾ ਕੁ ਮਾਣਿਆ, ਗੁਰੂ ਕੇ ਹੁਕਮ ਨੂੰ ਕਿੰਨਾ ਕੁ ਮਾਣਿਆ, ਤੇ ਗੁਰੂ ਘਰ ਦੀ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖੀ ਹੋਈ ਵਡਿਆਈ, ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਗੁਰੂ ਘਰ ਦੇ ਅੰਦਰ ਵੇਖਿਆ ਹੋਇਆ ਵਰਤਾਰਾ, ਕਿ ਇਸ ਘਰ ਦੇ ਅੰਦਰ ਦੋ ਤਰ੍ਹਾਂ ਦੀ ਸੇਵਾ ਹੈ। ਇੱਕ ਹੈ ਸਕਾਮ ਸੇਵਾ ਤੇ ਇੱਕ ਹੈ ਨਿਸਕਾਮ ਸੇਵਾ। ਸਕਾਮ ਸੇਵਾ ਤੇ ਉਹ ਹੁੰਦੀ ਹੈ ਜਿਵੇਂ ਕੋਈ ਵਪਾਰੀ ਸੌਦਾ ਲਿਆ ਕੇ ਉਹਦੇ ਵਿੱਚੋਂ ਫਿਰ ਨਫਾ ਖੱਟਦਾ ਹੈ। ਉਹ ਸੇਵਾ ਹੁੰਦੀ ਹੈ ਵੀ ਕਿਸੇ ਨਫੇ ਦੇ ਵਾਸਤੇ ਸੇਵਾ ਕਰਨੀ, ਕਿਸੇ ਕਾਰਜ ਦੀ ਸਿੱਧੀ ਦੇ ਵਾਸਤੇ ਕੋਈ ਸੇਵਾ ਕਰਨੀ, ਜਾਂ ਬਾਣੀ ਪੜ੍ਹਨੀ ਵੀ ਮੇਰਾ ਫਲਾਨਾ ਕੰਮ ਹੋ ਜਾਵੇ, ਮੈਂ ਇੰਨੀ ਬਾਣੀ ਪੜ੍ਹਾਂਗਾ, ਆਹ ਸੁਖਮਨੀ ਸਾਹਿਬ ਕਰਾਵਾਂਗਾ ਜਾਂ ਅਖੰਡ ਪਾਠ ਸਾਹਿਬ। ਇਹ ਸਕਾਮ ਸੇਵਾ ਕੇਵਲ ਆਪਣੇ ਫਾਇਦੇ ਦੇ ਵਾਸਤੇ, ਮੁਫਾਦ ਦੇ ਵਾਸਤੇ ਕੇਵਲ ਇਹ ਕੰਮ ਕਰਨਾ। ਪਰ ਗੁਰੂ ਘਰ ਦੇ ਵਿੱਚ ਦੂਸਰੀ ਸੇਵਾ ਹੈ ਨਿਸਕਾਮ ਸੇਵਾ। ਤੇ ਸ੍ਰੀ ਅਰਜਨ ਦੇਵ ਜੀ ਨੇ ਛੋਟੀ ਉਮਰ ਤੋਂ ਦੇਖਿਆ ਇਸ ਘਰ ਦੇ ਅੰਦਰ ਜਿਹੜਾ ਸਕਾਮ ਸੇਵਾ, ਨਿਸਕਾਮ ਸੇਵਾ ਕਰਦਾ ਏ, ਆਪਣਾ ਆਪ ਗੁਰੂ ਨੂੰ ਸਮਰਪਿਤ ਰਹਿ ਕੇ ਸੇਵਾ ਕਰਦਾ ਏ, ਕੋਈ ਕਿਸੇ ਚੀਜ਼ ਦੀ ਭਾਵਨਾ ਨਹੀਂ ਰੱਖਦਾ। ਇੱਕ ਦਿਨ ਗੁਰੂ ਉਹਨੂੰ ਆਪਣੇ ਵਰਗਾ ਬਣਾ ਲੈਂਦਾ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਬਚਪਨ ਵਿੱਚ ਵੇਖੀਆਂ, ਤੇ ਬਚਪਨ ਵਿੱਚ ਹੀ ਨਾਨੇ ਗੁਰੂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਲੋਂ ਮਿਲੀਆਂ ਹੋਈਆਂ ਉਹ ਤਿੰਨ ਅਸੀਸਾਂ ਵੀ ਜਿਹੜੀਆਂ ਇਤਿਹਾਸ ਦਾ ਸ਼ਿੰਗਾਰ ਬਣੀਆਂ ਏ, ਕਿ ਛੋਟੀ ਉਮਰ ਦੇ ਅੰਦਰ ਰਿੜਦਿਆਂ ਨਾਨੇ ਗੁਰੂ ਦੇ ਪਲੰਘ ਨਾਲ ਹੱਥ ਪਾਇਆ ਤੇ ਗੁਰੂ ਅਮਰਦਾਸ ਮਹਾਰਾਜ ਪ੍ਰਸ਼ਾਦਾ ਛਕ ਰਹੇ ਨੇ, ਤੇ ਪਲੰਘ ਨੂੰ ਹੱਥ ਪਾ ਕੇ ਖੜੀ ਹੋ ਕੇ ਉਹਨਾਂ ਦੇ ਥਾਲ ਨੂੰ ਹੱਥ ਪਾ ਕੇ ਤੇ ਇੱਕਦਮ ਆਪਣੇ ਵੱਲ ਨੂੰ ਥਾਲ ਖਿੱਚ ਲਿਆ। ਜਿਵੇਂ ਬੱਚੇ ਕਈ ਵਾਰੀ ਥਾਲ ਆਪਣੇ ਵੱਲ ਨੂੰ ਖਿੱਚ ਲੈਂਦੇ, ਕੋਈ ਚੀਜ਼ ਖਿੱਚ ਲੈਂਦੇ ਹੈ। ਤੇ ਨਾਨਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਹੱਸ ਕੇ ਕਹਿੰਦੇ, ਠਹਿਰ ਜਾ ਓਏ ਥਾਲ ਦਿਆ ਮਾਲਕਾ, ਇਹ ਥਾਲ ਤੂੰ ਆਪਣੇ ਬਾਪੂ ਤੋਂ ਪ੍ਰਾਪਤ ਕਰੇਗਾ। ਉਹ ਕਿਹੜਾ ਥਾਲ ਸੀ? ਜਿਹੜੇ ਥਾਲ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਜਿਹੜੇ ਥਾਲ ਦੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ ਕਿ ਇਹ ਥਾਲ, ਇਹ ਗਿਆਨ ਦਾ ਸਾਗਰ ਤੈਨੂੰ ਆਪਣੇ ਪਿਤਾ ਦੇ ਕੋਲੋਂ ਪ੍ਰਾਪਤ ਹੋਣਾ ਹੈ, ਅਜੇ ਰੁਕ ਜਾ। ਇਸੇ ਤਰ੍ਹਾਂ ਕਹਿੰਦੇ ਇੱਕ ਦਿਨ ਰਿੜਦਿਆਂ ਨਾਨੇ ਗੁਰੂ ਦੇ ਪਲੰਘ ਦੇ ਥੱਲੇ ਜਾ ਕੇ ਇੱਕਦਮ ਪਲੰਘ ਨੂੰ ਹਿਲਾਇਆ, ਤਾਂ ਨੂੰ ਖੜੇ ਹੋਏ ਤੇ ਸਾਰਾ ਪਲੰਘ ਹਿੱਲ ਗਿਆ। ਤੇ ਸੁਭਾਵਿਕ ਬੋਲ ਸਨ, ਕੌਣ ਹੈ ਪੁਰਖ ਭਾਰੀ ਜਿਨ ਮੰਜੀ ਹਿਲਾਈ ਸਾਰੀ। ਕਿਹੜਾ ਪੁਰਖ ਭਾਰੀ ਹੈ ਜਿਹਨੇ ਸਾਡੀ ਸਾਰੀ ਮੰਜੀ ਹਿਲਾ ਦਿੱਤੀ ਹੈ। ਤੇ ਕੋਲ ਇੱਕ ਗੁਰਸਿੱਖ ਨੇ ਕਹਿ ਦਿੱਤਾ, ਜੀ ਤੁਹਾਡਾ ਦੋਹਤਾ ਹੈ। ਦੋਹਤਾ ਉਹ ਪਲੰਘ ਥੱਲੇ ਵੜਿਆ ਹੈ ਤੇ ਬਾਹਰ ਕੱਢਿਆ, ਕਹਿਣ ਲੱਗੇ ਇਹ ਦੋਹਤਾ ਬਾਣੀ ਕਾ ਬਹੁਤਾ, ਇਹ ਬਾਣੀ ਦਾ ਜਹਾਜ਼ ਰਚੇਗਾ। ਤੇ ਉਹ ਸੇਵਾਦਾਰ ਤੋਂ
ਜਿਹੜਾ ਅਸੀਂ ਆਪਣੇ ਹੱਥਾਂ ਵਿੱਚ ਚੁੱਕ ਕੇ ਕਹਿਣ ਲੱਗੇ ਬਹੁਤ ਭਾਰੀ ਹੈ, ਬਹੁਤ ਭਾਰੀ ਹੋ ਕੇ ਇਹ ਬੜੇ ਭਾਰੀ ਕਾਰਜ ਇਹਨੇ ਜਿਹੜੇ ਕਰਨੇ ਹੈ। ਤੀਸਰਾ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਇੱਕ ਵਾਰੀ ਨਾਨਾ ਗੁਰੂ ਜਿਹੜੇ ਸੀ ਗੁਰੂ ਅਮਰਦਾਸ ਜੀ ਇੱਕ ਕਮਰੇ ਦੇ ਅੰਦਰ ਦਰਵਾਜ਼ਾ ਢੁਕਿਆ ਹੋਇਆ ਹੈ ਤੇ ਪਰਮਾਤਮਾ ਦੀ ਬੰਦਗੀ ਕਰਦੇ ਪਏ ਨੇ। ਇੱਧਰ ਮਾਤਾ ਬੀਬੀ ਭਾਨੀ ਨੇ ਜਿਹੜੀ ਸੀ ਇੱਕ ਖਿੱਦੋ ਬਣਾ ਕੇ ਦਿੱਤਾ ਟਾਕੀਆਂ ਦਾ ਅਰਜਨ ਦੇਵ ਜੀ ਨੂੰ, ਤੇ ਉਹਦੇ ਨਾਲ ਖੇਡਦੇ ਖੇਡਦੇ ਖਿੱਦੋ ਨੂੰ ਸੁੱਟਦੀ ਹੈ, ਫਿਰ ਪਕੜਦੇ ਹੈ। ਉਹ ਖਿੱਦੋ ਜਦੋਂ ਸੁੱਟਿਆ ਤੇ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਸੀ, ਉਹ ਅੰਦਰ ਕਮਰੇ ਦੇ ਚਲੇ ਗਿਆ। ਹੁਣ ਆਪਾਂ ਦੇਖਿਆ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਤਖਤੇ ਹੁੰਦੇ ਸੀ ਬੜੇ ਭਾਰੇ ਹੁੰਦੇ ਸੀ, ਲੱਕੜ ਬੜੀ ਮਜ਼ਬੂਤ ਲਾਈ ਹੁੰਦੀ ਸੀ ਉਹਨੂੰ। ਅੱਜ ਕੱਲ੍ਹ ਤੇ ਬਿਲਕੁਲ ਨੋਰਮਲ ਜੇ ਮਾੜਾ ਜਿਹਾ ਹੱਥ ਮਾਰੋ ਤੇ ਖੁੱਲ੍ਹ ਜਾਂਦੇ ਹੈ। ਕਹਿੰਦੇ ਉਹ ਭਾਰਾ ਦਰਵਾਜ਼ਾ ਸੀ, ਜਦੋਂ ਰਿੜਦੇ ਕੋਲ ਆਏ ਇੱਕ ਹੱਥ ਨਾਲ ਖੋਲ੍ਹਣ ਦਾ ਯਤਨ ਕੀਤਾ, ਦਰਵਾਜ਼ਾ ਨਾ ਖੁੱਲ੍ਹਿਆ। ਫਿਰ ਦੋਵੇਂ ਗੋਡੇ ਥੱਲੇ ਮੂਧੇ ਲਾ ਕੇ ਇੱਕ ਹੱਥ ਜਿਹੜਾ ਥੱਲੇ ਲਾ ਕੇ ਫਿਰ ਹੱਥ ਮਾਰਿਆ ਤਾਂ ਵੀ ਨਾ ਖੁੱਲ੍ਹਿਆ। ਫਿਰ ਦੋਵੇਂ ਗੋਡੇ ਜਿਹੜੇ ਸੀ ਲਾ ਕੇ ਦੋਵਾਂ ਹੱਥਾਂ ਨਾਲ ਜਦੋਂ ਉਹਨੂੰ ਜ਼ੋਰ ਮਾਰਿਆ ਤਾਂ ਵੀ ਨਹੀਂ ਖੁੱਲ੍ਹਿਆ। ਤੇ ਉਹ ਖੜਾਕ ਸੁਣ ਕੇ ਗੁਰੂ ਅਮਰਦਾਸ ਜੀ ਦੇ ਨੇਤਰ ਖੁੱਲ੍ਹ ਗਏ ਤੇ ਸਾਰਾ ਕੁਝ ਦੇਖਦੇ ਪਏ ਆ। ਅਚਾਨਕ ਕੀ ਕੀਤਾ, ਦੋਵੇਂ ਹੱਥ ਵੀ ਥੱਲੇ ਲਾਏ ਆ, ਗੋਡੇ ਵੀ ਥੱਲੇ ਲਾਏ ਆ ਤੇ ਜ਼ੋਰ ਦੀ ਸਿਰ ਮਾਰਿਆ ਦਰਵਾਜ਼ੇ ਨੂੰ, ਦਰਵਾਜ਼ਾ ਖੁੱਲ੍ਹ ਗਿਆ। ਨਾਨੇ ਗੁਰੂ ਅਮਰਦਾਸ ਜੀ ਨੇ ਆ ਕੇ ਨਾਲੇ ਚੁੱਕ ਲਿਆ ਤੇ ਚੁੱਕ ਕੇ ਗਲ ਨਾਲ ਲਾ ਲਿਆ। ਤੇ ਇੰਨੀ ਦੇਰ ਨੂੰ ਬੀਬੀ ਭਾਨੀ ਆ ਕੇ ਕਹਿਣ ਲੱਗੀ ਬੜਾ ਸ਼ੈਤਾਨ ਹੋ ਗਿਆ ਏ, ਦੇਖੋ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਿਆ। ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਨਹੀਂ, ਸ਼ੈਤਾਨ ਨਹੀਂ ਹੋਇਆ, ਇਹ ਸਿਆਣਾ ਹੋ ਗਿਆ ਏ। ਅੱਜ ਆ ਗੁਰੂ ਵਾਲਾ ਦਰਵਾਜ਼ਾ ਸਿਰ ਨਾਲ ਖੋਲ੍ਹਿਆ ਏ, ਜਿਸ ਦਿਨ ਧਰਮ ਦਾ ਦਰਵਾਜ਼ਾ ਖੋਲ੍ਹਣਾ ਪਿਆ ਉਸ ਦਿਨ ਵੀ ਇਹਨੂੰ ਪਤਾ ਸਿਰ ਦੇਣਾ ਪੈਣਾ ਏ। ਧਰਮ ਦੇ ਦਰਵਾਜ਼ੇ ਵੀ ਸਿਰ ਨਾਲ ਖੁੱਲ੍ਹਿਆ ਕਰਦੇ ਨੇ। ਇਹ ਬਖਸ਼ਿਸ਼ਾਂ ਜਿਹੜੀਆਂ ਸੀ ਛੋਟੀ ਉਮਰ ਦੇ ਵਿੱਚ ਹੋਈਆਂ ਏ। ਫਿਰ ਉਹਨਾਂ ਨੇ ਨਾਨੇ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ 12-13 ਸਾਲ ਜਿਹੜਾ ਸੀ ਉਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਜ਼ਾਰੇ। ਉਹ ਸਾਰਾ ਸਮਾਂ ਦੇਖਿਆ ਜਦੋਂ ਬਾਬਾ ਦਾਤੂ ਜੀ ਵਰਗੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਲੱਤ ਮਾਰਦੇ ਹੈ। ਪਰ ਗੁਰੂ ਘਰ ਦੀ ਕਮਾਲ ਦੀ ਗੱਲ ਨਿਮਰਤਾ, ਇੰਨੀ ਕੁ ਨਿਮਰਤਾ ਗੁਰੂ ਘਰ ਦੇ ਅੰਦਰ ਕਿ ਗੁਰੂ ਅਮਰਦਾਸ ਮਹਾਰਾਜ ਬਾਬੇ ਦਾਤੂ ਦਾ ਚਰਨ ਘੁੱਟਦੇ ਹੈ ਕਿ ਮੇਰੇ ਬਜ਼ੁਰਗ ਸਰੀਰ ਦੇ ਨਾਲ, ਬਜ਼ੁਰਗ ਹੱਡਾਂ ਦੇ ਨਾਲ ਤੇਰੇ ਪੈਰ 'ਤੇ ਸੱਟ ਲੱਗੀ ਹੋਵੇਗੀ। ਗੁਰੂ ਕਾ ਸਾਹਿਬਜ਼ਾਦਾ ਆ, ਸਤਿਕਾਰ ਕਰਨਾ ਸੀ। ਫਿਰ ਆਪਣੇ ਇਹਨਾਂ ਨੇਤਰਾਂ ਦੇ ਨਾਲ ਦੇਖਿਆ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ, ਭਾਵੇਂ ਕਿ ਗੁਰੂ ਘਰ ਦੇ ਜਵਾਈ ਹੈ ਪਰ ਜਵਾਈ ਹੋਣ ਦਾ ਕਦੇ ਹੱਕ ਨਹੀਂ ਜਤਾਇਆ। ਕਦੀ ਟੋਕਰੇ ਦੀ ਸੇਵਾ ਹੈ, ਕਦੀ ਲੰਗਰ ਵਿੱਚ ਸੇਵਾ, ਕਦੇ ਗੁਰੂ ਕੇ ਬਸਤਰਾਂ ਦੀ ਸੇਵਾ, ਰਾਤ ਦਿਨ ਹਰ ਵਕਤ ਸੇਵਾ ਦੇ ਵਿੱਚ ਰਹਿਣਾ, ਗੁਰੂ ਕੀ ਆਗਿਆ ਦਾ ਪਾਲਣ ਕਰਨਾ। ਤੇ ਉਹ ਆਗਿਆ ਦਾ ਪਾਲਣ ਕਰਦਿਆਂ ਕਰਦਿਆਂ ਅੱਜ ਉਹ ਸਮਾਂ ਆਇਆ ਜਿਸ ਦਿਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਹ ਭਾਈ ਜੇਠਾ ਜਿਹੜਾ ਕਿਸੇ ਸਮੇਂ ਗਲੀਆਂ 'ਚ ਘੁੰਗਣੀਆਂ ਵੇਚਿਆ ਕਰਦਾ ਸੀ, ਉਸ ਗੁਰੂ ਨਾਨਕ ਸਾਹਿਬ ਦੇ ਤਖਤ 'ਤੇ ਬਿਠਾਲ ਕੇ ਤੇ ਭੱਟਾਂ ਨੇ ਕਹਿ ਦਿੱਤਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਬਖਸ਼ਿਸ਼ਾਂ ਸਾਰੀਆਂ ਗੁਰੂ ਘਰ ਦੀ ਵਡਿਆਈ, ਇਹ ਸਾਰਾ ਕੁਝ ਸ੍ਰੀ ਅਰਜਨ ਦੇਵ ਜੀ ਨੇ ਬਚਪਨ ਦੇ ਵਿੱਚੋਂ ਦੇਖਿਆ ਤੇ ਉਹਨਾਂ ਦੇ ਅੰਦਰ ਚੰਗੀ ਤਰ੍ਹਾਂ ਇਹ ਚੀਜ਼ਾਂ ਘਰ ਕਰ ਗਈਆਂ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਦੋਂ ਆਉਂਦੇ ਹੈ, ਸੰਗਤਾਂ ਆਉਂਦੀਆਂ ਨੇ ਗੁਰੂ ਰਾਮਦਾਸ ਦੀ ਸ਼ਰਨ ਦੇ ਅੰਦਰ। ਬਾਬਾ ਪਿਰਥੀ ਚੰਦ ਵੱਡੇ ਹੈ ਪਰ ਧਿਆਨ ਮਾਇਆ ਦੇ ਵੱਲ ਸੀ ਵੀ ਸੰਗਤ ਕਿੰਨੀ ਕੁ ਪੈਸੇ ਲੈ ਕੇ ਆਉਂਦੀ ਹੈ, ਉਸ ਮਾਇਆ ਦੇ ਵਿੱਚੋਂ ਕੁਝ ਗੁਰੂ ਕੇ ਲੰਗਰ ਦੇ ਵਿੱਚ, ਕੁਝ ਆਪਣੀ ਖੀਸੇ ਦੇ ਵਿੱਚ ਪਾ ਲੈਣੇ। ਸੰਗਤ ਦੇ ਨਾਲ ਅੱਗੇ ਹੋ ਕੇ ਵਰਤਣਾ, ਮਸੰਦਾਂ ਦੇ ਨਾਲ, ਗੁਰੂ ਘਰ ਦੇ ਸੇਵਾਦਾਰਾਂ ਦੇ ਨਾਲ, ਉਹਨਾਂ ਦੇ ਵਿੱਚ ਬੜੇ ਮਿੱਠੇ ਹੋ ਕੇ ਰਹਿਣਾ ਵੀ ਆਉਣ ਵਾਲਾ ਸਮਾਂ ਜਿਹੜਾ ਵਾ ਮੈਂ ਗੁਰੂ ਬਣ ਜਾਵਾਂ। ਉਹਨਾਂ ਦੇ ਨਾਲ ਬਣਾ ਕੇ ਰੱਖਣਾ। ਗੁਰੂ ਕੇ ਘਰ ਦੇ ਮਸੰਦਾਂ ਨੂੰ ਕੁਝ ਪੈਸੇ ਦੇ ਦੇਣੇ, ਕੁਝ ਲਾਲਚ ਦੇ ਦੇਣਾ। ਇਹੋ ਜਿਹਾ ਸੁਭਾਅ ਸੀ ਬਾਬੇ ਪਿਰਥੀ ਚੰਦ ਦਾ। ਪਰ ਯਾਦ ਰੱਖਿਓ, ਕਈ ਵਾਰੀ ਸਾਡੀਆਂ ਚਤਰਾਈਆਂ, ਚਲਾਕੀਆਂ ਜਿਹੜੀਆਂ ਉਹ ਸਾਨੂੰ ਡੋਬ ਦਿੰਦੀਆਂ ਨੇ। ਸ੍ਰੀ ਅਰਜਨ ਦੇਵ ਜੀ ਕੇਵਲ ਸੇਵਾ ਨੂੰ ਮੁੱਖ ਰੱਖਿਆ, ਕੇਵਲ ਗੁਰੂ ਕੀ ਬਾਣੀ ਨੂੰ ਮੁੱਖ ਰੱਖਿਆ, ਕੇਵਲ ਤੇ ਕੇਵਲ ਗੁਰੂ ਦੇ ਹੁਕਮ ਨੂੰ ਮੁੱਖ ਰੱਖਿਆ ਹੈ। ਕਿਉਂਕਿ ਸ੍ਰੀ ਅਰਜਨ ਦੇਵ ਜੀ ਨੂੰ ਪਤਾ ਹੈ ਹੁਕਮ ਮੰਨੈ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਕੀ ਹਜ਼ੂਰੀ ਵਿੱਚ ਅਗਰ ਟਿਕਾਣਾ ਮਿਲਦਾ ਏ, ਉਹ ਹੁਕਮ ਮੰਨਣ ਵਾਲਿਆਂ ਨੂੰ ਮਿਲਦਾ ਏ। ਸਮਾਂ ਆਪਣੀ ਚਾਲ ਚੱਲਿਆ, ਪਰਖ ਦਾ ਸਮਾਂ ਆਇਆ। ਤਾਇਆ ਸ਼ਿਹਾਰੀ ਮੱਲ ਜਿਹੜੇ ਗੁਰੂ ਰਾਮਦਾਸ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਵੱਡੇ ਭਰਾ ਨੇ, ਉਹ ਆਉਂਦੇ ਹੈ ਕਿ ਤੁਹਾਡੇ ਭਤੀਜੇ ਦੀ ਸ਼ਾਦੀ ਹੈ, ਤੁਸੀਂ ਲਾਹੌਰ ਚੱਲੋ।
ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਦੇਖੋ ਜੇ ਅਸੀਂ ਜਾਂਦੇ ਹਾਂ ਸੰਗਤ ਵੀ ਉੱਥੇ ਆਵੇਗੀ, ਨਾ ਤੁਸੀਂ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲ ਸਕੋਗੇ, ਨਾ ਸੰਗਤ ਦੀ ਸੇਵਾ ਕਰ ਸਕੋਗੇ। ਇਸ ਕਰਕੇ ਅਸੀਂ ਆਪਣੇ ਸਾਹਿਬਜ਼ਾਦੇ ਨੂੰ ਭੇਜ ਦਿੰਦੇ ਹਾਂ। ਬਾਬੇ ਪਿਰਥੀ ਚੰਦ ਨੂੰ ਆਵਾਜ਼ ਮਾਰੀ, ਪਿਰਥੀ ਚੰਦ ਆਪਣੇ ਤਾਏ ਦੇ ਨਾਲ ਲਾਹੌਰ ਜਾਓ, ਵਿਆਹ ਦੇ ਕਾਰਜ ਕਰਕੇ ਤੁਸੀਂ ਆ ਜਾਣਾ। ਕਹਿਣ ਲੱਗੇ, ਦੇਖੋ ਤੁਹਾਨੂੰ ਨਹੀਂ ਪਤਾ ਇੰਨੀ ਸੰਗਤ ਆਉਂਦੀ ਹੈ, ਉਹਦਾ ਲੰਗਰ ਪਾਣੀ ਤਿਆਰ ਕਰਨਾ, ਪ੍ਰਸ਼ਾਦਾ ਪਾਣੀ ਤਿਆਰ ਕਰਨਾ, ਇਹ ਮੇਰੇ ਤੋਂ ਬਿਨਾਂ ਕਿਸੇ ਤੋਂ ਨਹੀਂ ਹੋ ਸਕਦਾ। ਇਹ ਮੇਰਾ ਹੀ ਕੰਮ ਹੈ ਕਿ ਮੈਂ ਆ ਗੁਰੂ ਘਰ ਦੀ ਸੇਵਾ ਲਈ ਫਿਰਦਾ। ਕੋਈ ਹੋਰ ਹੁੰਦਾ ਤੇ ਕਦੇ ਦਾ ਛੱਡ ਕੇ ਭੱਜ ਜਾਂਦਾ, ਆ ਮੈਂ ਹੀ ਐਡੀ ਵੱਡੀ ਜ਼ਿੰਮੇਵਾਰੀ ਨਿਭਾਈ ਜਾਂਦਾ ਹੈ। ਤੇ ਯਾਦ ਰੱਖਿਓ, ਆਪਾਂ ਹੁਣੇ ਉਹ ਪਾਵਨ ਸ਼ਬਦ ਪੜ੍ਹਿਆ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਬੰਦੇ ਦੇ ਅੰਦਰ ਮੈਂ ਹੋਵੇ ਨਾ ਵੀ ਮੈਂ ਆ ਵੱਡੇ ਵੱਡੇ ਕੰਮ ਕਰ ਦਿੱਤੇ ਹੈ, ਯਾਦ ਰੱਖਿਓ ਉਦੋਂ ਗੁਰੂ ਦੀ ਰਹਿਮਤ ਨਹੀਂ ਵਰਤਦੀ। ਜਦੋਂ ਆਪਣਾ ਭਾਵ ਸਮਰਪਿਤ ਕਰਕੇ ਗੁਰੂ ਦੇ ਅੱਗੇ ਕਿ ਸਾਰਾ ਕੁਝ ਤੇਰਾ ਦਿੱਤਾ ਹੀ ਹੋਇਆ ਹੀ ਹੈ, ਗੁਰੂ ਕੀਆਂ ਦਾਤਾਂ ਸਮਝ ਕੇ ਜਦੋਂ ਵਰਤਦਾ ਹੈ, ਉਦੋਂ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਪੈਂਦਾ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਇਹ ਗੁਰੂ ਘਰ ਦੇ ਵਿੱਚ ਇੱਕ ਮਰਿਆਦਾ ਨਿਯਮ ਹੈ। ਜਿੰਨੀ ਦੇਰ ਤੱਕ ਬੰਦਾ ਮੈਂ ਮੇਰੀ ਕਰਦਾ ਹੈ ਵੀ ਮੇਰਾ ਹੀ ਹੁਕਮ ਚੱਲਦਾ ਹੈ, ਮੇਰੇ ਦੇ ਨਾਲ ਹੀ ਸਾਰਾ ਕੁਝ ਖੜਾ ਹੈ। ਕਹਿੰਦੇ ਇੱਕ ਵਾਰੀ ਟਟਿਉੜੀ ਉਹ ਕਿਤੇ ਲੱਤਾਂ ਤਾਹ ਨੂੰ ਕਰਕੇ ਲੰਮੇ ਪਈ ਤੇ ਸਾਰੇ ਪੰਛੀ ਆ ਗਏ ਵੀ ਭੈਣ ਠੀਕ ਹੈ। ਉਹ ਕਹਿੰਦੀ ਨੇ ਠੀਕ ਹੈ। ਆਂਦੇ ਫਿਰ ਇੱਦਾਂ ਕਿਉਂ ਪਈ ਹੈ? ਕਹਿੰਦੀ ਤੁਹਾਨੂੰ ਨਹੀਂ ਪਤਾ, ਅਸਮਾਨ ਨੂੰ ਮੈਂ ਖੜਿਆਂ ਕੀਤਾ, ਜੇ ਲੱਤਾਂ ਠਾਂ ਕਰ ਲਈਆਂ ਅਸਮਾਨ ਸਾਰਾ ਥੱਲੇ ਆ ਜਾਣਾ ਹੈ। ਹਰ ਬੰਦੇ ਦੇ ਅੰਦਰ ਮਾਣ ਤੇ ਹੰਕਾਰ ਹੈ ਕਿ ਮੈਂ ਹੀ ਅਸਮਾਨ ਨੂੰ ਥੰਮ ਕੇ ਖੜਾ ਹਾਂ। ਬਾਬੇ ਪਿਰਥੀ ਚੰਦ ਦੇ ਅੰਦਰ ਇੱਕ ਮਾਣ ਹੈ, ਇੱਕ ਹੰਕਾਰ ਹੈ ਕਿ ਗੁਰੂ ਘਰ ਨੂੰ ਚਲਾਉਣ ਵਾਲਾ ਮੈਂ ਹੈ। ਇਹ ਗੁਰੂ ਘਰ ਮੇਰੇ ਤੋਂ ਬਿਨਾਂ ਚੱਲੇਗਾ ਨਹੀਂ। ਹੁਣ ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਪਿਰਥੀ ਚੰਦ ਜੀ ਕੋਈ ਗੱਲ ਨਹੀਂ, ਇਹ ਗੁਰੂ ਕਾ ਘਰ ਹੈ। ਗੁਰੂ ਕਾ ਘਰ ਕਿਤੇ ਇੱਕ ਅੱਧੇ ਬੰਦੇ ਦੇ ਨਾਲ ਨਹੀਂ, ਇਹ ਗੁਰੂ ਸਾਹਿਬ ਆਪ ਚਲਾਉਣ ਵਾਲੇ ਨੇ। ਇਸ ਕਰਕੇ ਤੁਸੀਂ ਜਾਓ, ਕਾਰਜ ਕਰਕੇ ਆਓ। ਕਹਿਣ ਲੱਗੇ ਨਹੀਂ, ਇੱਕ ਰਸਤੇ ਦੀ ਗਰਮੀ ਬੜੀ ਹੈ, ਲਾਹੌਰ ਦਾ ਪੈਂਡਾ ਬੜਾ ਹੈ, ਦੂਸਰਾ ਇੱਥੇ ਸਾਰੀ ਜ਼ਿੰਮੇਵਾਰੀ ਹੈ, ਮੈਂ ਨਹੀਂ ਜਾਣਾ, ਕਿਸੇ ਹੋਰ ਨੂੰ ਭੇਜ ਦਿਓ। ਬਾਬੇ ਪਿਰਥੀ ਚੰਦ ਨੇ ਜਵਾਬ ਦੇ ਦਿੱਤਾ। ਬਾਬੇ ਮਹਾਦੇਵ ਨੂੰ ਸੁਨੇਹਾ ਭੇਜਿਆ ਗਿਆ। ਉਹਨਾਂ ਕਿਹਾ ਵੀ ਉਹ ਮਸਤ ਸੁਭਾਅ ਦੀ ਬਿਰਤੀ ਸੀ ਉਹਨਾਂ ਦੀ। ਕਹਿੰਦੇ ਜੀ ਵੇਖੋ, ਨਾ ਆਪਾਂ ਵਿਆਹ ਕਰਾਉਣਾ, ਨਾ ਕਿਸੇ ਦੇ ਵਿਆਹ ਦੇ ਨਾਲ ਆਪਾਂ ਨੂੰ ਮਤਲਬ ਹੈ। ਹੁਣ ਮਾਤਾ ਗੰਗਾ, ਜਿਹੜੇ ਮਾਤਾ ਬੀਬੀ ਭਾਨੀ ਜੀ, ਜਦੋਂ ਦੋ ਪੁੱਤਰਾਂ ਨੇ ਜਵਾਬ ਦੇ ਦਿੱਤਾ ਤੇ ਗੁਰ ਇਤਿਹਾਸ ਦੇ ਵਿੱਚੋਂ ਜ਼ਿਕਰ ਮਿਲਦਾ ਹੈ, ਬੀਬੀ ਭਾਨੀ ਨੂੰ ਪਤਾ ਹੈ ਕਿ ਗੁਰੂ ਘਰ ਦੇ ਵਿੱਚ ਹੁਕਮ ਮੰਨਣ ਵਾਲੇ ਪ੍ਰਵਾਨ ਹੁੰਦੇ ਹੈ। ਇਹ ਅੱਜ ਗੁਰੂ ਘਰ ਦੇ ਵਿੱਚ ਇੱਕ ਪ੍ਰੀਖਿਆ, ਇੱਕ ਸਵਾਲ ਪਾਇਆ ਗਿਆ ਹੈ। ਜੇ ਅੱਜ ਮੇਰੇ ਤਿੰਨਾਂ ਪੁੱਤਰਾਂ ਨੇ ਜਵਾਬ ਦੇ ਦਿੱਤਾ ਤੇ ਇਹ ਗੁਰੂ ਘਰ ਦੀ ਗੱਦੀ ਸੇਵਕ ਦੇ ਪਾਸ ਚਲੀ ਜਾਵੇਗੀ। ਮਾਂ ਦੀ ਬੜੀ ਵੱਡੀ ਅਰਦਾਸ, ਐਵੇਂ ਨਹੀਂ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਲਿਖ ਦਿੱਤਾ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ, ਹਰ ਹਰ ਸਦਾ ਭਜੋ ਜਗਦੀਸ਼। ਅੱਜ ਬੀਬੀ ਭਾਨੀ ਨੇ, ਮਾਂ ਨੇ ਅਰਦਾਸ ਕੀਤੀ, ਮਾਲਕਾ ਇਹ ਤੀਸਰਾ ਪੁੱਤਰ ਅਰਜਨ ਦੇਵ ਇਹ ਤੇਰੇ ਹੁਕਮ ਨੂੰ ਮੰਨ ਲਵੇ। ਤੇ ਸ੍ਰੀ ਅਰਜਨ ਦੇਵ ਦਾ ਸੁਭਾਅ ਸੀ ਸ਼ੁਰੂ ਤੋਂ, ਉਹਨਾਂ ਨੇ ਕਦੀ ਪਿਤਾ ਗੁਰੂ ਨੂੰ ਹੁਕਮ ਜਿਹੜਾ ਜਵਾਬ ਨਹੀਂ ਸੀ ਦਿੱਤਾ। ਜਦੋਂ ਸ੍ਰੀ ਅਰਜਨ ਦੇਵ ਜੀ ਨੂੰ ਬੁਲਾਇਆ ਗਿਆ, ਛੋਟੇ ਵੀ ਸੀ, ਇਹਨਾਂ ਨਾਲ ਪਿਆਰ ਵੀ ਕਰਦੇ ਸੀ, ਰੋਜ਼ਾਨਾ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ, ਗੁਰੂ ਕੇ ਪ੍ਰਵਚਨ ਸੁਣਦੇ, ਫਿਰ ਪ੍ਰਸ਼ਾਦਾ ਪਾਣੀ ਛਕਿਆ ਕਰਦੇ ਸੀ। ਇਹਨਾਂ ਦਾ ਨਿਯਮ ਸੀ ਇੱਕ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਬੁਲਾਇਆ, ਉਹਨਾਂ ਨੂੰ ਕਹਿਣ ਲੱਗੇ, ਤਾਏ ਸ਼ਿਹਾਰੀ ਮਲਣਾ ਜਾਣਾ ਹੈ, ਤੁਹਾਡੇ ਤਾਏ ਦੇ ਬੇਟੇ ਦੀ ਸ਼ਾਦੀ ਹੈ, ਤੁਸੀਂ ਕਾਰਜ ਕਰਨੇ ਹੈ। ਸਤ ਬਚਨ ਪਿਤਾ ਜੀ, ਇਹ ਤਾਂ ਖੁਸ਼ੀ ਦਾ ਕਾਰਜ ਹੈ। ਕੋਈ ਇੱਦਾਂ ਦਾ ਕਾਰਜ ਵੀ ਹੁੰਦਾ, ਤੁਹਾਡੇ ਪੁੱਤ ਦੇ ਪ੍ਰਾਣ ਚਲੇ ਜਾਂਦੇ ਤਾਂ ਵੀ ਲਾਹੌਰ ਜਾਣ ਤੋਂ ਇਨਕਾਰ ਨਹੀਂ ਸੀ ਕਰਨਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਹੈ, ਜਿਹੜਾ ਅੱਜ ਲਾਹੌਰ ਰਸਤੇ ਦਾ ਪੈਂਡਾ, ਰਸਤੇ ਦੀ ਗਰਮੀ ਨਹੀਂ ਸਹਾਰ ਸਕਦਾ, ਬਾਬੇ ਪਿਰਥੀ ਚੰਦ ਵਰਗਾ ਕੱਲ੍ਹ ਨੂੰ ਲਾਹੌਰ ਦੀ ਧਰਤੀ 'ਤੇ ਤੱਤੀ ਤਵੀ 'ਤੇ ਉਬਲਦੀ ਦੇਗ ਵੀ ਆਉਣੀ, ਉਹ ਕਿਵੇਂ ਸਹਾਰ ਲਵੇਗਾ? ਕਿਉਂਕਿ ਗੁਰੂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੈ। ਹੁਣ ਸ੍ਰੀ ਅਰਜਨ ਦੇਵ ਜੀ ਨੂੰ ਅਗਲਾ ਹੁਕਮ ਹੋਇਆ ਕਿ ਜਿੰਨੀ ਦੇਰ ਬੁਲਾਈਏ ਨਾ ਤੁਸੀਂ ਆਉਣਾ ਨਹੀਂ, ਉੱਥੇ ਧਰਮਸ਼ਾਲਾ ਦੇ ਵਿੱਚ ਰਹਿ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ ਹੈ। ਸਤ ਬਚਨ ਪਿਤਾ ਜੀ, ਸ੍ਰੀ ਅਰਜਨ ਦੇਵ ਜੀ ਤਾਏ ਨਾਲ ਲਾਹੌਰ ਜਾਂਦੇ ਹੈ। ਵਿਆਹ ਦੇ ਕਾਰਜ ਕਰਨ ਤੋਂ ਬਾਅਦ ਧਰਮਸ਼ਾਲਾ ਵਿੱਚ ਆ ਕੇ ਪਿਤਾ ਗੁਰੂ ਦਾ ਹੁਕਮ ਮੰਨਦੇ ਹੈ। ਪਰ ਸਮਾਂ ਹੋ ਗਿਆ ਹੈ ਤੇ ਪਿਤਾ ਗੁਰੂ ਦੇ ਰੋਜ਼ਾਨਾ ਅੱਗੇ ਦਰਸ਼ਨ ਕਰਦੇ ਸੀ। ਹੁਣ ਮਨ ਦੇ ਅੰਦਰ ਤਾਂਘ ਹੈ, ਕਦੀ ਕੋਠੇ ਦੇ ਉੱਪਰ ਚੜ੍ਹ ਕੇ ਅੰਮ੍ਰਿਤਸਰ ਵੱਲ ਨੂੰ ਤੱਕਦੇ ਹੈ। ਦਹਿ ਦਿਸ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ,
ਸੇਜ ਅਕੇਲੀ ਨੈਦ ਨਹਿ ਨੀਨੋ ਪਿਰ ਪਰਦੇਸ ਸਧਾਇਓ। ਮਨ ਦੇ ਅੰਦਰੋਂ ਇੱਕ ਅਰਦਾਸ ਨਿਕਲਦੀ ਹੈ ਹਰ ਵੇਲੇ ਅੰਮ੍ਰਿਤਸਰ ਵੱਲ ਨੂੰ ਦੇਖ ਕੇ, ਅੱਖਾਂ ਵਿੱਚੋਂ ਹੰਝੂ ਨਿਕਲਦੇ ਹੈ, ਕਦੋਂ ਮੇਰੇ ਪਿਤਾ ਗੁਰੂ ਦਾ ਬੁਲਾਵਾ ਆਵੇਗਾ। ਸਮਾਂ ਲੰਘਦਾ ਜਾਂਦਾ ਏ, ਅਖੀਰ ਤੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਪਿਤਾ ਗੁਰੂ ਵੱਲ ਇੱਕ ਪੱਤਰਕਾ ਲਿਖੀ ਜਾਵੇ। ਹੁਣ ਇੱਕ ਪੱਤਰਕਾ ਲਿਖੀ ਹੈ। ਪੱਤਰਕਾ ਦੇ ਬੋਲ ਵੀ ਜਿਹੜੇ ਸੀ ਉਹ ਗੁਰਮਤਿ ਦੇ ਅਨੁਕੂਲ ਹੋਣੇ ਚਾਹੀਦੇ, ਜਿਹੜੇ ਪਿਤਾ ਗੁਰੂ ਜੀ ਨੂੰ ਭਾ ਜਾਣ। ਉਹਦੇ ਤੇ ਫਿਰ ਉਹ ਬੋਲ, ਕਿਉਂਕਿ ਬਾਣੀ ਕਾ ਬਹੁਤ ਹੱਦ ਤੇ ਪਹਿਲਾਂ ਹੀ ਬਖਸ਼ਿਸ਼ਾਂ ਹੋਈਆਂ ਸੀ, ਤੇ ਯਾਦ ਰੱਖਿਓ ਅੰਦਰੋਂ ਉਹ ਬਾਣੀ ਵਾਲੇ ਬੋਲ ਹੀ ਨਿਕਲ ਸਕਦੇ ਨੇ ਸ੍ਰੀ ਗੁਰੂ ਅਰਜਨ ਦੇਵ ਦੇ, ਜਿਹਨੂੰ ਜਹਾਜ਼ ਦਾ ਗੁਰੂ ਕਾ ਜਹਾਜ਼ ਗੁਰੂ ਨਾਨਕ ਗੁਰੂ ਨੇ ਇਹ ਬਖਸ਼ਿਸ਼ਾਂ ਕੀਤੀਆਂ ਹੋਣ। ਉਹਨਾਂ ਦੇ ਅੰਦਰੋਂ ਸੰਸਾਰੀ ਗੱਲਾਂ ਨਹੀਂ ਕਿ ਪਿਤਾ ਜੀ ਮੇਰਾ ਦਿਲ ਨਹੀਂ ਲੱਗਦਾ, ਮੇਰਾ ਇੱਥੇ ਰੋਟੀ ਖਾਣ ਨੂੰ ਮਨ ਨਹੀਂ ਕਰਦਾ, ਮੈਂ ਕੀ ਕਰਾਂਗਾ, ਮੈਨੂੰ ਛੇਤੀ ਬੁਲਾ ਲਓ, ਇਹ ਗੱਲਾਂ ਨਹੀਂ। ਇਹ ਅੰਦਰ ਦੀ ਅਵਸਥਾ ਤੇ ਅੰਦਰ ਦੀ ਤਾਂਘ। ਯਾਦ ਰੱਖਿਓ ਗੁਰੂ ਕੀ ਬਾਣੀ ਕੇਵਲ ਅੰਦਰ ਦੀ ਗੱਲ ਹੀ ਕਰਦੀ ਹੈ, ਬਾਹਰ ਦੀ ਗੱਲ ਨਹੀਂ। ਧੰਨ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਅੰਦਰ ਦੀ ਅਵਸਥਾ ਸੀ, ਉਸ ਅਵਸਥਾ ਨੂੰ ਬਿਆਨ ਕਰਕੇ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਦੇਖੇ ਗੁਰ ਦਰਬਾਰੇ ਜੀਓ। ਪਾਤਸ਼ਾਹ ਕਦੋਂ ਆਪ ਜੀ ਦਾ ਦਰਬਾਰ ਦੇਖਾਂਗਾ, ਮੇਰੇ ਮਨ ਨੂੰ ਤਾਂਘ ਹੈ, ਮੇਰਾ ਅੰਦਰ ਉਹ ਲੋਚਦਾ ਪਿਆ ਹੈ ਤੁਹਾਨੂੰ। ਇਹ ਚਿੱਠੀ ਇੱਕ ਸੇਵਾਦਾਰ ਨੂੰ ਦੇ ਕੇ ਭੇਜੀ ਕਿ ਛੇਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਣਾ, ਪਿਤਾ ਗੁਰੂ ਜੀ ਨੂੰ ਚਿੱਠੀ ਦੇਣੀ, ਤੇ ਜਿਹੜਾ ਸੁਨੇਹਾ ਮਿਲੇ ਉਹ ਮੈਨੂੰ ਆ ਕੇ ਦੱਸਣਾ। ਹੁਣ ਉਹ ਚਿੱਠੀ ਲੈ ਕੇ, ਉਹ ਪੱਤਰਕਾ ਲੈ ਕੇ ਅੰਮ੍ਰਿਤਸਰ ਸਾਹਿਬ ਇੱਕ ਰਾਤ ਰਸਤੇ ਦੇ ਵਿੱਚ ਰਹਿੰਦਾ ਹੈ। ਦੂਸਰੇ ਦਿਨ ਉਹ ਅੰਮ੍ਰਿਤਸਰ ਸਾਹਿਬ ਪਹੁੰਚਦਾ ਹੈ। ਮਿੱਟੀ ਘੱਟਾ ਵੀ ਸੀ ਕਿਉਂਕਿ ਕੱਚੇ ਰਸਤੇ ਹੁੰਦੇ ਸਨ। ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਤੇ ਮਹਿਮਾ ਪ੍ਰਕਾਸ਼ ਵਾਲਾ ਲਿਖਦਾ ਹੈ ਕਿ ਅਚਾਨਕ ਬਾਬੇ ਪਿਰਥੀ ਚੰਦ ਦੀ ਨਿਗਾਹ ਪੈਂਦੀ ਹੈ ਕਿ ਇਹ ਬੰਦਾ ਕੋਈ ਦੂਰੋਂ ਆਇਆ ਲੱਗਦਾ ਹੈ, ਕਿਉਂਕਿ ਪਿਰਥੀ ਚੰਦ ਦਿਮਾਗੀ ਬੜਾ ਸੀ। ਉਹ ਪਹਿਲਾਂ ਸੋਚ ਲੈਂਦਾ ਸੀ ਵੀ ਕਿਹੜਾ ਬੰਦਾ ਕਿੱਥੋਂ ਆਇਆ ਹੋਵੇਗਾ। ਆਵਾਜ਼ ਮਾਰੀ, ਕਿੱਥੋਂ ਆਇਆ ਹੈ ਸਿੱਖਾ? ਕਹਿਣ ਲੱਗਾ ਜੀ ਲਾਹੌਰ ਦੀ ਧਰਤੀ ਤੋਂ ਆਇਆ ਹੈ। ਆ ਤੇਰੇ ਖੀਸੇ ਵਿੱਚ ਕੀ ਹੈ? ਕਹਿਣ ਲੱਗਾ ਜੀ ਇਹ ਪੱਤਰਕਾ ਹੈ, ਇਹ ਸ੍ਰੀ ਅਰਜਨ ਦੇਵ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਛੋਟੇ ਸਪੁੱਤਰ ਨੇ ਭੇਜੀ, ਕਿਉਂਕਿ ਸਿੱਖ ਨੂੰ ਪਹਿਚਾਣ ਨਹੀਂ ਕਿ ਬਾਬੇ ਪਿਰਥੀ ਚੰਦ ਇਹ ਵੱਡਾ ਪੁੱਤਰ ਹੈ। ਕਹਿਣ ਲੱਗੇ ਮੈਂ ਅਰਜਨ ਦੇਵ ਦਾ ਵੱਡਾ ਭਰਾ ਹਾਂ, ਇਹ ਪੱਤਰਕਾ ਮੈਨੂੰ ਦੇ ਦਿਓ, ਮੈਂ ਗੁਰੂ ਤੱਕ ਪਹੁੰਚਾ ਦੇਵਾਂਗਾ। ਕਹਿੰਦੇ ਉਹ ਪੱਤਰਕਾ ਲਈ, ਉਸ ਪੱਤਰਕਾ ਨੂੰ ਪੜ੍ਹਿਆ ਤੇ ਕਵੀ ਸੰਤੋਖ ਸਿੰਘ ਹੁਣਾਂ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ। ਕਹਿੰਦੇ ਜਦੋਂ ਬਾਬੇ ਪਿਰਥੀ ਚੰਦ ਨੇ ਉਹ ਪੱਤਰਕਾ ਪੜ੍ਹੀ ਨਾ, ਇੰਨਾ ਦੁੱਖ ਲੱਗਾ ਬਾਬੇ ਪਿਰਥੀ ਚੰਦ ਨੂੰ ਜਿਵੇਂ ਕਿਸੇ ਨੇ ਸੀਨੇ ਵਿੱਚ ਬਰਸ਼ੀ ਮਾਰ ਦਿੱਤੀ ਹੋਵੇ। ਕਹਿੰਦਾ ਇਹੋ ਜਿਹੇ ਸ਼ਬਦ ਬਣਾ ਕੇ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਵਰਗੇ ਸ਼ਬਦ ਲਿਖ ਦਿੱਤੇ ਹੈ। ਜੇ ਗੁਰੂ ਸਾਹਿਬ ਨੇ ਇਹ ਪੱਤਰਕਾ ਪੜ੍ਹ ਲਈ ਉਹਨਾਂ ਨੇ ਝੱਟ ਬੁਲਾ ਲੈਣਾ। ਉਹ ਪੱਤਰਕਾ ਪਾ ਕੇ ਆਪਣੀ ਜੇਬ ਦੇ ਵਿੱਚ ਕਹਿਣ ਲੱਗਾ ਸਿੱਖਾ ਮੈਂ ਪੱਤਰਕਾ ਪਹੁੰਚਾ ਕੇ ਤੈਨੂੰ ਸੁਨੇਹਾ ਦੇ ਦੇਵਾਂਗਾ, ਤੂੰ ਲੰਗਰ ਪਾਣੀ ਛਕ, ਆਰਾਮ ਕਰ ਤੂੰ। ਸਵੇਰ ਵੇਲੇ ਟਾਈਮ ਦੇ ਨਾਲ ਹੀ ਬਾਬੇ ਪਿਰਥੀ ਚੰਦ ਨੇ ਉਸ ਸਿੱਖ ਦੀ ਭਾਲ ਕਰਕੇ ਉਹਨੂੰ ਬੁਲਾ ਕੇ ਕਹਿਣ ਲੱਗਾ ਗੁਰੂ ਸਾਹਿਬ ਨੇ ਚਿੱਠੀ ਪੜ੍ਹ ਲਈ ਹੈ ਤੇ ਮੇਰੇ ਭਰਾ ਸ੍ਰੀ ਅਰਜਨ ਦੇਵ ਨੂੰ ਕਹਿ ਦਿਓ ਪਿਤਾ ਗੁਰੂ ਦਾ ਹੁਕਮ ਹੈ, ਉੱਥੇ ਰਾਮ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨ ਹਾਲੇ ਆਉਣਾ ਨਹੀਂ। ਸਿੱਖ ਨੇ ਜਾ ਕੇ ਦੱਸੀ ਸਾਰੀ ਗੱਲਬਾਤ ਵੀ ਮੈਨੂੰ ਤੇ ਮਿਲਣ ਨਹੀਂ ਗਾ ਦਿੱਤਾ, ਬਾਰੇ ਬਾਰ ਤੋਰ ਦਿੱਤਾ ਹੈ, ਪਰ ਤੁਹਾਡੇ ਭਰਾ ਦੇ ਵਿੱਚ ਕੋਈ ਰੜਕ ਲੱਗਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਫਿਰ ਇੱਕ ਦੂਸਰੀ ਪੱਤਰਕਾ ਜਿਹੜੀ ਸੀ ਉਹ ਲਿਖੀ। ਕਹਿਣ ਲੱਗੇ ਅੱਜ ਪੱਤਰਕਾ ਲੈ ਜਾ, ਇਹ ਜ਼ਰੂਰ ਗੁਰੂ ਪਿਤਾ ਨੂੰ ਪਹੁੰਚਾਵੀਂ। ਹੁਣ ਦੂਸਰੀ ਪੱਤਰਕਾ ਦੇ ਉਹ ਪਾਵਨ ਸ਼ਬਦ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਪੱਤਰਕਾ ਪਾ ਲਿਖ ਕੇ ਦੂਸਰਾ ਬੰਦ ਪਾ ਕੇ ਇਹ ਭੇਜੀ। ਉਹ ਸਿੱਖ ਫਿਰ 2-4 ਦਿਨਾਂ ਦੇ ਬਾਅਦ ਫਿਰ ਵਾਪਸ ਜਿਹੜਾ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਿਆ। ਬਾਬੇ ਪਿਰਥੀ ਚੰਦ ਦੀ ਨਿਗਾਹ ਦੇ ਵਿੱਚ ਚੜ੍ਹ ਗਿਆ, ਦੇਖਿਆ ਹਾਲੇ ਗਿਆ ਨਹੀਂ। ਆਵਾਜ਼ ਮਾਰੀ, ਕਹਿੰਦੇ ਸਿੱਖਾ ਤੂੰ ਵਾਪਸ ਨਹੀਂ ਗਿਆ? ਕਹਿਣ ਲੱਗਾ ਜੀ ਗਿਆ ਸੀ, ਤੁਹਾਡੇ ਭਰਾ ਨੇ ਆ ਇੱਕ ਪੱਤਰਕਾ ਹੋਰ ਭੇਜੀ ਹੈ। ਉਹ ਵੀ ਪੱਤਰਕਾ ਫੜੀ, ਜਦੋਂ ਉਹਨੂੰ ਪੜ੍ਹਿਆ ਕਹਿੰਦੇ ਬਾਬਾ ਪਿਰਥੀ ਚੰਦ ਸੜ ਬੜ ਕੇ ਕੋਲੇ ਹੋ ਗਿਆ। ਉਸ ਸਿੱਖ ਨੂੰ ਕਹਿੰਦਾ ਮੈਂ ਇਹ ਹੁਣੇ ਪੱਤਰਕਾ ਗੁਰੂ ਰਾਮਦਾਸ ਸਾਹਿਬ ਨੂੰ ਪਹੁੰਚਾ ਕੇ ਆਉਣਾ, ਤੈਨੂੰ ਮੈਂ ਹੁਣੇ ਸੁਨੇਹਾ ਦਿੰਦਾ ਹੈ। ਕਹਿੰਦੇ ਉਹ ਪੱਤਰਕਾ ਵੀ ਆਪਣੇ ਖੀਸੇ ਵਿੱਚ ਪਾ ਕੇ ਥੋੜ੍ਹੇ ਸਮੇਂ ਬਾਅਦ ਉਸ ਸਿੱਖ ਨੂੰ ਆ ਕੇ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਗੁੱਸੇ ਦੇ ਵਿੱਚ ਨੇ, ਅਰਜਨ ਦੇਵ ਨੂੰ ਕਿਉਂ ਐਵੇਂ ਚਿੱਠੀਆਂ ਨਾ ਲਿਖ ਕੇ ਭੇਜੇ, ਆਪਣਾ ਜਿਹੜਾ ਕੰਮ ਉਹਨੂੰ ਲਾਇਆ ਉਹ ਜ਼ਿੰਮੇਵਾਰੀ ਨਿਭਾਵੇ। ਹੁਣ ਵਾਰ-ਵਾਰ ਪੱਤਰਕਾ ਨਾ ਭੇਜੇ ਤੇ ਤੂੰ ਪ੍ਰਸ਼ਾਦਾ ਪਾਣੀ ਛਕ ਕੇ ਤੇ ਛੇਤੀ ਵਾਪਸ ਚਲੇ ਜਾ। ਸਿੱਖ ਨੂੰ ਫਿਰ ਵਾਪਸ ਭੇਜਿਆ ਗਿਆ। ਸਿੱਖ
ਦੂਸਰੇ ਤੀਸਰੇ ਦਿਨ ਜਦੋਂ ਵਾਪਸ ਲਾਹੌਰ ਦੀ ਧਰਤੀ ਤੇ ਜਾਂਦਾ ਹੈ, ਜਾ ਕੇ ਸਾਰੀ ਗੱਲ ਸ੍ਰੀ ਅਰਜਨ ਦੇਵ ਜੀ ਨੂੰ ਦੱਸੀ ਕਿ ਤੁਹਾਡਾ ਭਰਾ ਮੈਨੂੰ ਕੁਝ ਜਿਹੜਾ ਵਾ ਉਹ ਈਰਖਾ ਵਾਲਾ ਲੱਗਦਾ ਏ। ਮੇਰੀ ਕੋਈ ਗੱਲ ਉਹਨੇ ਸੁਣੀ ਨਹੀਂ ਗੀ, ਪੱਤਰਕਾ ਦਿੱਤੀ ਹੈ ਮੈਨੂੰ, ਕਹਿੰਦਾ ਤੂੰ ਛੇਤੀ ਲਾਹੌਰ ਚਲੇ ਜਾ, ਉਹਦੇ ਮਨ ਦੇ ਵਿੱਚ ਕੁਝ ਲੱਗਦਾ ਹੈ ਮੈਨੂੰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੈ, ਜਿਹੜੇ ਕਿਸੇ ਨਾਲ ਈਰਖਾ ਨਹੀਂ ਕਰਦੇ। ਕਿਉਂਕਿ ਯਾਦ ਰੱਖਿਓ ਗੁਰਮੁਖੋ, ਜਦੋਂ ਸਾਡੇ ਅੰਦਰ ਈਰਖਾ ਹੋਵੇਗੀ ਨਾ, ਸਾਨੂੰ ਗੁਰੂ ਸ਼ਬਦ ਦੇ ਵਿੱਚੋਂ ਰਸ ਨਹੀਂ ਆਵੇਗਾ। ਜਦੋਂ ਅਸੀਂ ਈਰਖਾ ਦੇ ਨਾਲ ਭਰੇ ਹੋਵਾਂਗੇ, ਸਾਡਾ ਧਿਆਨ ਗੁਰੂ ਕੀ ਬਾਣੀ ਵੱਲ ਨਹੀਂ ਹੋਵੇਗਾ, ਸਾਡਾ ਧਿਆਨ ਗੁਰੂ ਕੇ ਸ਼ਬਦ ਵੱਲ ਨਹੀਂ ਹੋਵੇਗਾ। ਕਿਉਂਕਿ ਅੰਦਰ ਈਰਖਾ ਹੈ। ਈਰਖਾ ਤੇ ਸਿਮਰਨ, ਸ਼ਾਂਤੀ ਤੇ ਅਸ਼ਾਂਤੀ ਇੱਕ ਜਗ੍ਹਾ ਤੇ ਇਕੱਠੀਆਂ ਨਹੀਂ ਰਹਿ ਸਕਦੀਆਂ। ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ, ਜਦੋਂ ਚਾਨਣ ਆ ਜਾਵੇ ਉੱਥੇ ਹਨੇਰਾ ਨਹੀਂ ਟਿਕਦਾ। ਪਰ ਅਸੀਂ ਦੋਵੇਂ ਚੀਜ਼ਾਂ ਟਿਕਾ ਕੇ ਬੈਠੇ ਹੈ, ਭੁਲੇਖੇ ਦੇ ਵਿੱਚ ਹੈ। ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਸਾਡੇ ਹਾਲਾਤ ਇਦਾਂ ਦੇ ਹੈ ਕਿ ਬਾਹਰੋਂ ਤੇ ਚਾਨਣ ਪ੍ਰਤੀਕ ਹੁੰਦਾ ਹੈ, ਪਰ ਅੰਦਰ ਅਗਿਆਨਤਾ ਦੇ ਹਨੇਰੇ ਨਾਲ ਭਰਿਆ ਪਿਆ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਅੰਦਰੋਂ ਵੀ ਗਿਆਨ ਨਾਲ ਭਰੇ ਨੇ ਤੇ ਬਾਹਰੋਂ ਵੀ ਗਿਆਨ ਦੇ ਨਾਲ ਭਰੇ ਪਏ ਨੇ, ਜਿਨ੍ਹਾਂ ਨੂੰ ਭੱਟਾਂ ਨੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਆਵਾਜ਼ ਮਾਰ ਕੇ ਕਿਹਾ ਸੀ, ਦੁਨੀਆ ਦੇ ਲੋਕੋ, ਰੱਬ ਪਤਾ ਨਹੀਂ ਕਿਸੇ ਨੇ ਵੇਖਿਆ ਕਿ ਨਹੀਂ ਵੇਖਿਆ, ਰੱਬ ਦੇ ਦਰਸ਼ਨ ਪਤਾ ਨਹੀਂ ਕਿਸੇ ਨੂੰ ਹੋਏ ਆ ਕਿ ਨਹੀਂ ਹੋਏ, ਪਰ ਆਓ ਤੁਹਾਨੂੰ ਰੱਬ ਦੇ ਦਰਸ਼ਨ ਕਰਵਾਈਏ। ਧਰਨ ਗਗਨ ਨਭ ਖੰਡ ਮਹਿ, ਜੋਤ ਸਵਰੂਪੀ ਰਹਿਓ ਭਾਰ ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਰੱਬ ਪਤਾ ਨਹੀਂ ਕਿਸੇ ਨੇ ਵੇਖਿਆ ਕਿ ਨਹੀਂ, ਆਓ ਪ੍ਰਤੱਖ ਰੂਪ ਦੇ ਵਿੱਚ ਜੇ ਰੱਬ ਦੇ ਦਰਸ਼ਨ ਕਰਨੇ ਤੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਲਓ। ਗੁਰੂ ਅਰਜਨ ਸਾਹਿਬ ਆਪ ਰੱਬ ਧਰਤੀ ਤੇ ਆਇਆ ਹੈ। ਇਹ ਭੱਟਾਂ ਨੇ ਉਹਨਾਂ ਦੇ ਸਵਈਆਂ ਦੇ ਵਿੱਚ ਜ਼ਿਕਰ ਕੀਤਾ ਕਿ ਰੱਬ ਦਾ ਸੁਭਾਅ ਜਿੱਦਾਂ ਦਾ ਅਸੀਂ ਪੜ੍ਹਿਆ ਤੇ ਸੁਣਿਆ, ਉਹੋ ਜਿਹਾ ਸੁਭਾਅ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੈ। ਇੰਨੇ ਮਿੱਠੇ ਸੁਭਾਅ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ, ਹੁਣ ਉਹ ਤੀਸਰੀ ਪੱਤਰਕਾ ਲਿਖੀ ਹੈ ਤੇ ਤੀਸਰੀ ਪੱਤਰਕਾ ਲਿਖੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹਿ ਰੈਣ ਨਾ ਵਿਹਾਵੇ, ਨੀਂਦ ਨ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਸਿੱਖ ਨੂੰ ਪੱਕੀ ਕਰ ਦਿੱਤੀ, ਹੁਣ ਪਿਰਥੀ ਚੰਦ ਦੇ ਮੱਥੇ ਨਹੀਂ ਲੱਗਣਾ। ਜਿਵੇਂ ਵੀ ਹੋਵੇ, ਇਹ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਪੱਤਰਕਾ ਪਹੁੰਚਾਉਣੀ ਹੈ। ਉਹ ਕਹਿਣ ਲੱਗਾ ਠੀਕ ਹੈ। ਸਿੱਖ ਫਿਰ ਵਾਪਸ ਆਇਆ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਉਸ ਪੱਤਰਕਾ ਨੂੰ ਲੁਕਾ ਕੇ ਉਹਨੇ ਰੱਖਿਆ ਹੈ। ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਬਾਬੇ ਪਿਰਥੀ ਚੰਦ ਤੋਂ ਅੱਖ ਬਚਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਦੇ ਵਿੱਚ ਬੈਠਿਆ ਹੈ, ਜਿੱਥੇ ਗੁਰੂ ਰਾਮਦਾਸ ਸਾਹਿਬ ਦੇ ਇੱਕ ਪਾਸੇ ਬਾਬਾ ਬੁੱਢਾ ਜੀ ਬੈਠੇ ਤੇ ਇੱਕ ਪਾਸੇ ਭਾਈ ਗੁਰਦਾਸ ਜੀ ਬੈਠੇ ਨੇ। ਆ ਕੇ ਨਮਸਕਾਰ ਕਰਕੇ ਖੀਸੇ ਵਿੱਚੋਂ ਕੱਢ ਕੇ ਚਿੱਠੀ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਪਕੜਾਈ ਹੈ। ਤੇ ਮਹਿਮਾ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਹੁਣਾਂ ਨੇ ਬੜੇ ਕਮਾਲ ਦੇ ਸ਼ਬਦ ਲਿਖੇ ਹੈ। ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਦੋਂ ਉਹ ਪੱਤਰਕਾ ਪੜ੍ਹੀ ਨਾ, ਤੇ ਸਤਿਗੁਰਾਂ ਦੇ ਨੇਤਰਾਂ ਦੇ ਵਿੱਚੋਂ ਜਲ ਛਲਕਾਇਆ, ਤ੍ਰਿਪ ਤ੍ਰਿਪ ਜਲ ਚੋਂਦਾ ਹੈ। ਤੇ ਉਹ ਪੱਤਰਕਾ ਬਾਬਾ ਬੁੱਢਾ ਸਾਹਿਬ ਨੂੰ ਫੜਾਈ ਹੈ। ਬਾਬੇ ਬੁੱਢੇ ਸਾਹਿਬ ਨੇ ਸ਼ਬਦ ਪੜ੍ਹਿਆ ਤੇ ਵਿਰਾਗ ਨਾਲ ਭਰ ਗਏ। ਭਾਈ ਗੁਰਦਾਸ ਜੀ ਨੂੰ ਪੱਤਰਕਾ ਪਕੜਾਈ ਹੈ ਤੇ ਭਾਈ ਗੁਰਦਾਸ ਜੀ ਵੀ ਉਹ ਪੱਤਰਕਾ ਪੜ੍ਹ ਕੇ ਵਿਰਾਗ ਵਿੱਚ ਆ ਕੇ ਕਹਿਣ ਲੱਗੇ, ਮਹਾਰਾਜ ਸ੍ਰੀ ਅਰਜਨ ਦੇਵ ਦੇ ਅੰਦਰ ਇੰਨੀ ਕੁ ਨਿਮਰਤਾ ਤੇ ਇੰਨਾ ਕੁ ਗਿਆਨ ਹੈ। ਧੰਨ ਗੁਰੂ ਰਾਮਦਾਸ ਸਾਹਿਬ ਹੱਸ ਕੇ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਕੱਲ੍ਹ ਨੂੰ ਤਿਆਰੀ ਕਰੋ, ਅਰਜਨ ਦੇਵ ਨੂੰ ਲੈ ਕੇ ਆਓ। ਬਾਬੇ ਬੁੱਢੇ ਸਾਹਿਬ ਦੀ ਡਿਊਟੀ ਲਾਈ ਜਾਂਦੀ ਹੈ, ਤੇ ਜਿੱਥੇ ਬਾਬੇ ਬੁੱਢੇ ਸਾਹਿਬ ਦੀ ਡਿਊਟੀ ਲਾਈ ਜਾਂਦੀ ਸੀ, ਉਹ ਬਹੁਤ ਵੱਡਾ ਤੇ ਮਹਾਨ ਕਾਰਜ ਹੋਇਆ ਕਰਦਾ ਸੀ। ਕਿਸੇ ਸਿੱਖ ਨੂੰ ਵੀ ਭੇਜ ਸਕਦੇ ਸੀ, ਪਰ ਬਾਬੇ ਬੁੱਢੇ ਸਾਹਿਬ ਨੂੰ ਭੇਜਿਆ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਜੇ ਕੋਈ ਵਾਕਫਕਾਰ ਹੈ, ਗੁਰੂ ਨਾਨਕ ਦੇ ਘਰ ਦਾ ਜੇ ਕੋਈ ਜਾਣੂ ਹੈ, ਤੇ ਉਹ ਕੇਵਲ ਬਾਬਾ ਬੁੱਢਾ ਜਾਣੂ ਹੈ। ਬਾਬੇ ਬੁੱਢੇ ਨੂੰ ਪਤਾ ਹੈ ਸ੍ਰੀ ਅਰਜਨ ਦੇਵ ਦੀ ਕੀ ਹਸਤੀ ਹੈ। ਬਾਬਾ ਬੁੱਢਾ ਸਾਹਿਬ ਜੀ ਲਾਹੌਰ ਦੀ ਧਰਤੀ ਤੇ ਪਹੁੰਚਦੇ ਹੈ। ਸ੍ਰੀ ਅਰਜਨ ਦੇਵ ਨੇ ਜਦੋਂ ਗੁਰੂ ਨਾਨਕ ਦੇ ਘਰ ਦਾ ਬਾਬਾ ਬੁੱਢਾ ਦੇਖਿਆ ਨਾ, ਦੌੜ ਕੇ ਆ ਕੇ ਉਹਨਾਂ ਦੇ ਚਰਨਾਂ ਤੇ ਸਿਰ ਰੱਖਿਆ। ਬਾਬੇ ਬੁੱਢੇ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਸ੍ਰੀ ਅਰਜਨ ਦੇਵ ਤੁਹਾਡੇ ਅੰਦਰ ਤੇ ਗੁਰੂ ਨਾਨਕ ਦੀ ਜੋਤ ਵਰਤਦੀ ਪਈ ਹੈ, ਤੁਹਾਡੇ ਚਰਨਾਂ ਦੇ ਵਿੱਚ ਤੇ ਸਾਡਾ ਸਿਰ ਝੁਕਣਾ ਚਾਹੀਦਾ ਹੈ। ਕਹਿਣ ਲੱਗੇ, ਨਹੀਂ ਤੁਸੀਂ ਗੁਰੂ ਨਾਨਕ ਦੇ ਘਰ ਦੇ ਵੱਡੇ ਜੇ, ਤੁਹਾਨੂੰ ਬਜ਼ੁਰਗੀ ਦਾ ਖਿਤਾਬ ਮਿਲਿਆ ਹੈ। ਜੇ ਬਾਬੇ ਬੁੱਢੇ ਦਾ ਖਿਤਾਬ ਗੁਰੂ ਨਾਨਕ ਦੇ ਘਰ ਵਿੱਚ ਮਿਲਿਆ ਹੈ ਤੇ ਉਹ ਤੁਹਾਨੂੰ ਮਿਲਿਆ ਹੈ।
ਇਸ ਕਰਕੇ ਉਸ ਤੁਹਾਡੀ ਬਜ਼ੁਰਗੀ ਵਰਗੇ ਤੁਹਾਡੀ ਸਿਆਣਪ ਦੇ ਅੱਗੇ ਸਾਡਾ ਸਿਰ ਝੁਕਦਾ ਹੈ। ਤਿਆਰੀ ਕੀਤੀ ਗਈ, ਸੰਗਤਾਂ ਬੜੇ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ। ਜਦੋਂ ਪਤਾ ਲੱਗਾ ਸ੍ਰੀ ਅਰਜਨ ਦੇਵ ਨੇ ਜਾਣਾ ਹੈ, ਸਾਰਿਆਂ ਨੂੰ ਦਿਲਾਸਾ ਦਿੱਤਾ ਅਸੀਂ ਫਿਰ ਵਾਪਸ ਆਵਾਂਗੇ। ਬਾਬੇ ਬੁੱਢੇ ਸਾਹਿਬ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਹੈ। ਆ ਕੇ ਅੰਮ੍ਰਿਤਸਰ ਸੁਧਾ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਵਿੱਚ ਗਏ। ਜਾ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਸਿਰ ਝੁਕਾ ਕੇ ਨਮਸਕਾਰ ਕੀਤੀ। ਕਹਿੰਦੇ ਹਿਰਦਾ ਵਿਰਾਗ ਨਾਲ ਭਰ ਗਿਆ ਜਦੋਂ ਪਿਤਾ ਗੁਰੂ ਨੇ ਗਲ ਦੇ ਨਾਲ ਲਾਇਆ। ਇਹ ਕਿਹੋ ਜਿਹੀ ਮਿਲਣੀ ਹੋਵੇਗੀ ਜਦੋਂ ਪਿਤਾ ਤੇ ਪੁੱਤਰ ਦੀ ਮਿਲਣੀ ਹੋ ਰਹੀ ਹੈ। ਸਾਰੀਆਂ ਸੰਗਤਾਂ ਵਿਰਾਗ ਦੇ ਨਾਲ ਭਿੱਜੀਆਂ ਪਈਆਂ ਨੇ। ਧੰਨ ਗੁਰੂ ਰਾਮਦਾਸ ਸਾਹਿਬ ਨੇ ਕੋਲ ਬਿਠਾ ਕੇ ਕਹਿਣ ਲੱਗੇ, ਅਰਜਨ ਦੇਵ, ਚਿੱਠੀ ਜਿਹੜੀ ਇੱਕ ਮਿਲੀ ਹੈ ਤੇ ਥੱਲੇ ਬੰਦ 3 ਪਾਇਆ ਹੈ। ਪੁੱਤਰ, ਜੇ ਚਿੱਠੀ ਇੱਕ ਹੋਵੇ ਤੇ ਇੱਕ ਹੀ ਬੰਦ ਪਾਈਦਾ ਹੈ। ਕਹਿਣ ਲੱਗੇ, ਪਿਤਾ ਜੀ ਅਸੀਂ ਚਿੱਠੀਆਂ 2 ਹੋਰ ਵੀ ਭੇਜੀਆਂ। ਕਹਿੰਦੇ ਉਹ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੀ ਹਾਲੇ, ਕਿਉਂਕਿ ਪਤਾ ਲੱਗ ਗਿਆ ਸੀ ਹੁਣ ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਲੈ ਆਉਣਾ ਹੈ। ਕੋਲ ਸਿੱਖ ਬੈਠਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਇਸ਼ਾਰਾ ਕਰਕੇ ਕਹਿਣ ਲੱਗੇ, ਆਓ ਸਿੱਖ ਚਿੱਠੀਆਂ ਲੈ ਕੇ ਆਇਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪੁੱਛਦੇ, ਸਿੱਖਾ ਚਿੱਠੀਆਂ ਕਿੱਥੇ? ਕਹਿਣ ਲੱਗਾ, ਜੀ ਤੁਹਾਡੇ ਵੱਡੇ ਪੁੱਤਰ ਬਾਬੇ ਪਿਰਥੀ ਚੰਦ ਨੇ ਉਹ ਚਿੱਠੀਆਂ ਮੇਰੇ ਤੋਂ ਲਈਆਂ। ਬਾਬੇ ਪਿਰਥੀ ਚੰਦ ਨੂੰ ਬੁਲਾਇਆ ਗਿਆ। ਪਿਰਥੀ ਚੰਦ ਨੇ ਜਦੋਂ ਕਹਿੰਦੇ ਆਏ ਨਾ, ਤੇ ਸ੍ਰੀ ਅਰਜਨ ਦੇਵ ਨੇ ਉੱਠ ਕੇ ਆਪਣੇ ਵੱਡੇ ਭਰਾ ਦੇ ਚਰਨਾਂ ਤੇ ਵੀ ਸਿਰ ਝੁਕਾਇਆ। ਪਰ ਬਾਬਾ ਪਿਰਥੀ ਚੰਦ ਗੁਰੂ ਅਰਜਨ ਦੇਵ ਨੂੰ ਵੇਖ ਕੇ ਸੜ ਬੜ ਕੇ ਕੋਲੇ ਹੋ ਗਿਆ ਵੀ ਇਹਨੂੰ ਕਿੰਨੇ ਬੁਲਾ ਲਿਆ। ਧੰਨ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਪਿਰਥੀ ਚੰਦ 2 ਪੱਤਰਕਾਂ ਅਰਜਨ ਦੇਵ ਨੇ ਭੇਜੀਆਂ, ਉਹ ਕਿੱਥੇ ਹੈ? ਕਹਿਣ ਲੱਗੇ, ਜੀ ਮੈਨੂੰ ਕੀ ਪਤਾ, ਮੈਨੂੰ ਨਹੀਂ ਕਿਸੇ ਨੇ ਦਿੱਤੀਆਂ। ਉਹ ਸਿੱਖ ਜਿਹੜਾ ਸੀ ਉਹ ਕਹਿਣ ਲੱਗਾ, ਜੀ ਮੈਂ ਤੁਹਾਨੂੰ ਉਹ 2 ਚਿੱਠੀਆਂ ਦਿੱਤੀਆਂ। ਇੱਕ ਪਹਿਲਾਂ ਤੁਸੀਂ ਪੱਤਰਕਾ ਲਈ ਇਸ ਵਕਤ ਫਲਾਨੀ ਜਗ੍ਹਾ ਦੇ ਉੱਪਰ, ਦੂਸਰੀ ਪੱਤਰਕਾ ਲਈ ਬਾਬਾ ਪਿਰਥੀ ਚੰਦ ਮੁੱਕਰ ਗਿਆ। ਕਹਿਣ ਲੱਗਾ, ਗੁਰੂ ਰਾਮਦਾਸ ਤੁਹਾਡੇ ਚਰਨਾਂ ਦੀ ਸਹੁੰ ਲੱਗੇ ਮੈਨੂੰ, ਜੇ ਮੇਰੇ ਕੋਲ ਉਹ ਪੱਤਰਕਾ ਹੋਵੇ, ਨਾਲੇ ਉਹ 2 ਕੌਡੀ ਦਾ ਕਾਗਜ਼, ਉਹਦੇ ਤੇ ਕਿਹੜੀ ਕੋਈ ਜ਼ਮੀਨ ਦੀ ਹੁੰਡੀ ਲਿਖੀ ਹੈ ਵੀ ਮੈਂ ਉਹ ਕਾਗਜ਼ ਜਿਹੜਾ ਵਾ ਉਹਨੂੰ ਲੁਕਾ ਲੈਣਾ ਵੀ ਉੱਤੇ ਜ਼ਮੀਨ ਦੀ ਹੁੰਡੀ ਹੈ। ਗੁਰੂ ਰਾਮਦਾਸ ਸਾਹਿਬ ਜੀ ਚੁੱਪ ਕਰ ਗਏ। ਇੱਕ ਸੇਵਕ ਨੂੰ ਬੁਲਾ ਕੇ ਕਹਿਣ ਲੱਗੇ, ਜਾਓ ਬਾਬੇ ਪਿਰਥੀ ਚੰਦ ਦੇ ਘਰ ਵਿੱਚ ਜਿਹੜਾ ਚੋਲਾ ਟੰਗਿਆ ਉਹਦੇ ਵਿੱਚੋਂ ਚਿੱਠੀਆਂ ਕੱਢ ਕੇ ਲੈ ਕੇ ਆਓ। ਸੇਵਕ ਗਿਆ। ਐਵੇਂ ਨਹੀਂ, ਗੁਰੂ ਰਾਮਦਾਸ ਦੇ ਦਰ ਦੇ ਉੱਪਰ ਲੱਖਾਂ ਲੋਕ ਸਿਜਦੇ ਕਰਦੇ ਹੈ। ਗੁਰੂ ਘਟ ਘਟ ਕੇ ਅੰਤਰ ਕੀ ਜਾਣਤ ਹੈ। ਗੁਰੂ ਅੰਤਰਜਾਮੀ ਹੈ, ਸਾਡੇ ਦਿਲਾਂ ਵਿੱਚ ਕੀ ਹੈ ਗੁਰੂ ਸਾਰਾ ਕੁਝ ਜਾਣਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦਾ ਭੇਜਿਆ ਹੋਇਆ ਸਿੱਖ ਉਹ 2 ਪੱਤਰਕਾ ਲੈ ਕੇ ਆਉਂਦਾ ਹੈ। 2 ਪੱਤਰਕਾ ਬਾਬੇ ਪਿਰਥੀ ਚੰਦ ਦੇ ਸਾਹਮਣੇ ਰੱਖੀਆਂ ਜਾਂਦੀਆਂ। ਕਹਿਣ ਲੱਗੇ, ਪਿਰਥੀ ਚੰਦ, ਤੂੰ ਕਿਹਾ ਸੀ ਇਹ 2 ਕੌਡੀ ਦਾ ਕਾਗਜ਼, ਇਹਦੇ ਤੇ ਕਿਹੜੀ ਜ਼ਮੀਨ ਦੀ ਹੁੰਡੀ ਲਿਖੀ ਹੈ, ਪਰ ਅੱਜ ਅਸੀਂ ਤੈਨੂੰ ਭਰੀ ਸੰਗਤ ਵਿੱਚ ਕਹਿੰਦੇ ਆ, ਇਹ ਜਿਹੜਾ 2 ਕੌਡੀ ਦਾ ਕਾਗਜ਼ ਨਹੀਂ, ਇਹ ਕਿਸੇ ਜ਼ਮੀਨ ਦੀ ਹੁੰਡੀ ਨਹੀਂ, ਪਰ ਜਿਹੜੇ ਸ਼ਬਦ ਸ੍ਰੀ ਅਰਜਨ ਦੇਵ ਨੇ ਇਹਦੇ ਤੇ ਲਿਖ ਦਿੱਤੇ ਆ, ਜਿਹੜਾ ਇਹਨੂੰ ਸ਼ਰਧਾ ਤੇ ਭਾਵਨਾ ਨਾਲ ਪੜ੍ਹ ਕੇ ਕਮਾ ਲਵੇਗਾ ਉਹਦਾ ਜੀਵਨ ਸਫਲ ਹੋ ਜਾਵੇਗਾ। ਇਹ ਗੁਰੂ ਰਾਮਦਾਸ ਸਾਹਿਬ ਦੀਆਂ ਬਖਸ਼ਿਸ਼ਾਂ। ਪਤਾ ਹੈ ਇਹ ਰੱਬੀ ਬਾਣੀ ਹੈ, ਇਹਨੂੰ ਗੁਰੂ ਕੀ ਬਾਣੀ ਦਾ ਖਿਤਾਬ ਮਿਲਣਾ ਹੈ, ਇਹ ਕੱਲੀਆਂ ਚਿੱਠੀਆਂ ਨਹੀਂ ਰਹਿਣੀਆਂ। ਕਹਿਣ ਲੱਗੇ, ਪਿਰਥੀ ਚੰਦ ਤੇਰੇ ਮਨ ਵਿੱਚ ਗੁਰਤਾ ਗੱਦੀ ਦਾ ਲਾਲਚ ਹੈ, ਜੇ ਗੁਰਤਾ ਗੱਦੀ ਚਾਹੀਦੀ ਤੇ ਚੌਥਾ ਬੰਦ ਸ਼ਬਦ ਦਾ ਪੂਰਾ ਕਰ ਦੇ। ਗਿਆਨੀ ਗਿਆਨ ਸਿੰਘ ਹੁਣਾਂ ਵੀ ਇਹ ਗੱਲ ਕਹੀ ਹੈ, ਸੰਤੋਖ ਸਿੰਘ ਹੁਣਾਂ ਵੀ ਇਹ ਗੱਲ ਕਹੀ ਹੈ। ਤਕਰੀਬਨ ਜਿੰਨੇ ਵੀ ਪੁਰਾਤਨ ਵਿਦਵਾਨ ਹੋਏ ਨੇ ਉਹ ਸਾਰੇ ਇਸ ਗੱਲ ਨਾਲ ਸਹਿਮਤ ਹੁੰਦੇ ਨੇ। ਕਹਿੰਦੇ ਪਿਰਥੀ ਚੰਦ ਜ਼ੋਰ ਲਾ ਕੇ ਮਰ ਗਿਆ, ਕੋਈ ਚੌਥਾ ਬੰਦ ਪੂਰਾ ਨਹੀਂ ਹੋਇਆ। ਸ੍ਰੀ ਅਰਜਨ ਦੇਵ ਨੂੰ ਇਸ਼ਾਰਾ ਕੀਤਾ। ਇੱਥੋਂ ਤੱਕ ਵੀ ਇਤਿਹਾਸ ਵਿੱਚ ਮਿਲਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਕੋਈ ਹੋਰ ਸਿੱਖ ਇਹਦੇ ਨਾਲ ਦਾ ਚੌਥਾ ਬੰਦ ਪੂਰਾ ਕਰ ਦੇਵੇ, ਕਿਸੇ ਮਨ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ। ਪਰ ਕਿਸੇ ਕੋਲੋਂ ਚੌਥਾ ਬੰਦ ਪੂਰਾ ਨਹੀਂ ਹੋਇਆ। ਸ੍ਰੀ ਅਰਜਨ ਦੇਵ ਨੂੰ ਹੁਕਮ ਕੀਤਾ ਕਿ ਚੌਥਾ ਬੰਦ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਿਹਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਭਾਗ ਹੋਏ, ਵੱਡੇ ਭਾਗ ਨੇ, ਗੁਰੂ ਘਰ ਦੇ ਵਿੱਚ ਮਿਲ ਪਿਆ ਹੈ, ਸਰੀਰ ਰੂਪੀ ਘਰ ਦੇ ਅੰਦਰ ਵੀ, ਤੇ ਇੱਥੇ ਜਿਹੜਾ ਸਾਖਸ਼ਤ ਰੂਪ ਦੇ ਵਿੱਚ ਪ੍ਰਤੱਖ ਘਰ ਹੈ, ਉਸ ਘਰ ਦੇ ਅੰਦਰ ਵੀ ਗੁਰੂ ਦੇ ਦਰਸ਼ਨ ਹੋ ਗਏ ਹੈ। ਜਦੋਂ ਇਹ ਸ਼ਬਦ ਪੜ੍ਹਿਆ, ਗੁਰੂ ਰਾਮਦਾਸ ਸਾਹਿਬ ਨੇ ਗਲ ਨਾ ਲਾ ਕੇ ਆਪਣੇ ਤਖਤ ਤੇ ਬਿਠਾਲ ਕੇ ਕਿਹਾ, ਬਾਬਾ ਬੁੱਢਾ ਸਾਹਿਬ, ਗੁਰੂ ਨਾਨਕ ਦੇ ਘਰ ਦੀ ਜਿਹੜੀ ਮਰਿਆਦਾ ਉਹਨੂੰ ਤੁਸੀਂ ਪੂਰਾ ਕਰੋ। ਗੁਰਤਾ ਗੱਦੀ ਦੀ ਰਸਮ ਉਸੇ ਵੇਲੇ ਕੀਤੀ ਜਾਂਦੀ। ਬਾਬਾ ਬੁੱਢਾ ਸਾਹਿਬ ਅਰਦਾਸ ਕਰਦੇ ਹੈ। ਬਾਬਾ ਪਿਰਥੀ ਚੰਦ ਸੜ ਬੜ ਕੇ ਕੋਲੇ ਹੋ ਗਿਆ। ਭਾਦੋਂ ਸੁਦੀ 3 ਨੂੰ 1581 ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ
ਗੁਰਤਾ ਗੱਦੀ ਤੇ ਸਭਾਈ ਮਨ ਕੀਤਾ